ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਜਸਵੀਰ ਤੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਇੱਕ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਜਗਮੀਤ ਸਿੰਘ ਨੇ ਫੇਰ ਲਿਆ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਆਪਣੇ ਨਿਸ਼ਾਨੇ ਤੇ। ਤੇਲ ਕਾਰਪੋਰੇਸ਼ਨਾਂ ਨੂੰ ਅਰਬਾਂ ਦੀ ਤੇਲ ਅਤੇ ਗੈਸ ਤੇ ਸਬਸਿਡੀ ਦੇਣ ਦੀ ਕੀਤੀ ਆਲੋਚਨਾ। ਦੋ ਪੰਜਾਬੀ ਨੌਜਵਾਨਾਂ ਦੀ ਕੈਨੇਡਾ 'ਚ ਮੌਤ। ਬਰੈਂਪਟਨ 'ਚ ਦਿਲ ਦਾ ਦੌਰਾ ਪੈਣ ਨਾਲ 26 ਸਾਲਾ ਨੌਜਵਾਨ ਦੀ ਗਈ ਜਾਨ, ਜਦਕਿ ਇੱਕ ਹਮਲੇ ਕਾਰਨ ਜ਼ਖਮਾਂ ਦੀ ਤਾਪ ਝੱਲਦਿਆਂ ਮਾਰਿਆ ਗਿਆ। BC ਵਿੱਚ 360 ਦੇ ਕਰੀਬ ਜੰਗਲੀ ਅੱਗ ਨਾਲ ਲੜਨ ਲਈ ਫੌਜੀ ਸਹਾਇਤਾ ਤੈਨਾਤੀ ਲਈ ਪਹੁੰਚੀ। ਜੰਗਲ ਦੀ ਅੱਗ ਨਾਲ ਲੜਦੇ ਇੱਕ ਫਾਇਰ ਫਾਈਟਰ ਦੀ ਹੋਈ ਮੌਤ। ਮਹਿੰਗਾਈ ਨੇ ਝੰਬੇ ਲੋਕ। ਮਕਾਨ ਮਾਲਕਾਂ ਨੂੰ ਕਿਰਾਏ ਨਾ ਵਧਾਉਣ ਲਈ ਮੰਗ ਕਰਦਿਆਂ ਕੀਤੀ ਰੈਲੀ। ਵੈਨਕੂਵਰ ਬਰਨਬੀ ਕੈਨੇਡਾ ਦੇ ਸਭ ਤੋਂ ਮਹਿੰਗੇ ਕਿਰਾਏ ਦੇ ਬਾਜ਼ਾਰਾਂ 'ਚ ਚੋਟੀ ਤੇ ਪਹੁੰਚੇ। NDP ਦੇ ਜਗਮੀਤ ਸਿੰਘ ਲਗਾਤਾਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਆਪਣੇ ਨਿਸ਼ਾਨੇ ਤੇ ਲੈ ਰਹੇ ਨੇ। ਸ਼ਰਨਾਰਥੀਆਂ ਨੂੰ ਘਰ ਨਾ ਮਿਲਣ ਤੇ ਟਰੂਡੋ ਸਰਕਾਰ ਦੀ ਆਲੋਚਨਾ ਕਰਨ ਤੋਂ ਬਾਅਦ ਹੁਣ ਉਹਨਾਂ ਨੇ ਤੇਲ ਕਾਰਪੋਰੇਸ਼ਨਾਂ ਨੂੰ ਅਰਬਾਂ ਦੀ ਤੇਲ ਅਤੇ ਗੈਸ ਸਬਸਿਡੀ ਦੇਣ ਦੀ ਆਲੋਚਨਾ ਕੀਤੀ ਹੈ। ਜਗਮੀਤ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਅਸੀਂ ਸਾਰੇ ਚਿੰਤਤ ਹਾਂ ਕਿ ਤੂਫਾਨ, ਹੜ੍ਹ ਅਤੇ ਆਫਤਾਂ ਬਾਰੇ ਬੱਚਿਆਂ ਨੂੰ ਕਿਵੇਂ ਪ੍ਰਭਾਵਿਤ ਕਰਨਗੇ, ਪਰ ਕਾਰਵਾਈ ਕਰਨ ਦੀ ਬਜਾਏ ਟਰੂਡੋ ਅਤੇ ਉਸ ਦੀ ਲਿਬਰਲ ਸਰਕਾਰ ਤੇਲ ਕਾਰਪੋਰੇਸ਼ਨਾਂ ਨੂੰ ਅਰਬਾਂ ਦੀ ਤੇਲ ਅਤੇ ਗੈਸ ਸਬਸਿਡੀਆਂ ਦੇ ਰਹੇ ਨੇ, ਜੋ ਜਲਵਾਯੂ ਸੰਕਟ ਨੂੰ ਵਧਾ ਰਹੇ ਨੇ। NDP ਮੁਤਾਬਕ ਕੈਨੇਡੀਅਨਾਂ ਨੂੰ ਗੈਸ ਦੀਆਂ ਰਿਕਾਰਡ ਕੀਮਤਾਂ ਵਾਲੇ ਪੰਪਾਂ ਤੇ ਲੁੱਟਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਵੱਡੇ ਤੇਲ ਰਿਕਾਰਡ ਮੁਨਾਫੇ ਕਮਾ ਰਹੇ ਨੇ ਅਤੇ ਲਿਬਰਲ ਸਰਕਾਰ ਤੋਂ ਸਬਸਿਡੀਆਂ ਵੀ ਪ੍ਰਾਪਤ ਕਰ ਰਹੇ ਨੇ। ਮਕਾਨ ਮਾਲਕਾਂ ਨੂੰ ਕਿਰਾਏ 'ਚ ਵਾਧਾ ਨਾ ਕਰਨ ਦੀ ਮੰਗ ਕਰਦਿਆਂ 100 ਕਿਰਾਏਦਾਰਾਂ ਤੇ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਯਾਰਕ ਸਾਊਥ ਵੈਸਟਨ 'ਚ 33 ਕਿੰਗ ਸਟਰੀਟ ਦੇ ਸਾਹਮਣੇ ਰੈਲੀ ਕੀਤੀ ਗਈ। ਕਿੰਗ ਸਟਰੀਟ ਵਾਲਿਆਂ ਨੇ ਜੂਨ ਵਿੱਚ ਤੇ ਜੌਨ ਸਟਰੀਟ ਵਾਲਿਆਂ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਇਹ ਹੜਤਾਲ ਸ਼ੁਰੂ ਕੀਤੀ ਸੀ। ਇਹਨਾਂ ਲੋਕਾਂ ਮੁਤਾਬਕ ਉਹਨਾਂ ਦੀ ਹਾਲਤ ਇਹ ਹੋਈ ਪਈ ਹੈ ਕਿ ਜੇ ਅਸੀਂ ਕਿਰਾਇਆ ਦਿੰਦੇ ਹਾਂ ਤਾਂ ਸਾਨੂੰ ਰੋਟੀ ਜੁੜਨੀ ਮੁਸ਼ਕਲ ਹੈ, ਤੇ ਜੇ ਰੋਟੀ ਦਾ ਆਹਰ ਕਰਦੇ ਹਾਂ ਤਾਂ ਫਿਰ ਕਿਰਾਇਆ ਨਹੀਂ ਨਿਕਲਦਾ। ਉਧਰ ਦੂਜੇ ਪਾਸੇ ਗੱਲ ਕਰੀਏ ਵੈਨਕੂਵਰ ਬਰਨਬੀ ਦੀ, ਤਾਂ ਇਹ ਕੈਨੇਡਾ ਦੇ ਸਭ ਤੋਂ ਮਹਿੰਗੇ ਕਿਰਾਏ ਦੇ ਬਾਜ਼ਾਰਾਂ 'ਚ ਚੋਟੀ ਤੇ ਪਹੁੰਚ ਗਏ ਨੇ। ਇੱਕ ਵੈਬਸਾਈਟ ਦੇ ਮੁਤਾਬਕ ਰਿਪੋਰਟ ਦਿੱਤੀ ਗਈ ਹੈ ਕਿ ਇੱਥੇ ਇੱਕ ਬੈੱਡਰੂਮ ਦੀ ਯੂਨਿਟ $2,945 ਤੇ 2 ਬੈੱਡਰੂਮ $3,843 ਵਿੱਚ ਸੂਚੀਬੱਧ ਹੈ, ਤੇ ਇਸ ਤੋਂ ਬਾਅਦ ਦੂਜਾ ਨੰਬਰ ਬਰਨਬੀ ਦਾ ਹੈ। ਸ਼ਨੀਵਾਰ ਸਵੇਰੇ ਲਗਭਗ 100 ਕਿਰਾਏਦਾਰਾਂ ਤੇ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਯਾਰਕ ਸਾਊਥ ਵੈਸਟਨ 'ਚ 33 ਕਿੰਗ ਸਟਰੀਟ ਦੇ ਸਾਹਮਣੇ ਰੈਲੀ ਕੀਤੀ ਗਈ। ਇਹਨਾਂ ਸਾਰਿਆਂ ਨੇ ਮਕਾਨ ਮਾਲਕਾਂ ਨੂੰ ਕਿਰਾਏ 'ਚ ਵਾਧਾ ਨਾ ਕਰਨ ਦੀ ਮੰਗ ਕੀਤੀ। ਐਲਿਜ਼ਾਬੇਥ ਥੌਮਪਸਨ ਨਾਂ ਦੀ ਮਹਿਲਾ ਨੇ ਦੱਸਿਆ ਕਿ ਜਦੋਂ ਉਹ ਇੱਥੇ ਕਿਰਾਏ ਤੇ ਰਹਿਣ ਲੱਗੀ ਸੀ ਤਾਂ ਕਿਰਾਇਆ $500 ਸੀ ਤੇ ਹੁਣ ਕਿਰਾਇਆ $1,000 ਤੱਕ ਅੱਪੜ ਚੁੱਕਾ ਹੈ। ਉਸਨੇ ਦੱਸਿਆ ਕਿ ਉਹ ਰਿਟਾਇਰ ਹੋ ਚੁੱਕੀ ਹੈ ਤੇ ਪੈਨਸ਼ਨ ਤੇ ਗੁਜ਼ਾਰਾ ਕਰ ਰਹੀ ਹੈ। ਉਸ ਲਈ 2 ਵਕਤ ਦੀ ਰੋਟੀ ਦਾ ਜੁਗਾੜ ਕਰਨਾ ਹੀ ਮੁਸ਼ਕਲ ਹੋਇਆ ਪਿਆ ਹੈ। ਇਸ ਦੌਰਾਨ ਯਾਰਕ ਸਾਊਥ ਵੈਸਟਨ ਟੈਨੈਂਟਸ ਯੂਨੀਅਨ ਨੇ ਦੱਸਿਆ ਕਿ ਕਿੰਗ ਸਟਰੀਟ ਦੇ ਲਗਭਗ 220 ਕਿਰਾਏਦਾਰਾਂ ਤੇ ਜੌਨ ਸਟਰੀਟ ਦੇ ਲਗਭਗ 100 ਕਿਰਾਏਦਾਰਾਂ ਵੱਲੋਂ ਵੱਧ ਰਹੇ ਕਿਰਾਏ ਖਿਲਾਫ ਹੜਤਾਲ ਸ਼ੁਰੂ ਕੀਤੀ ਗਈ। ਕਿੰਗ ਸਟਰੀਟ ਵਾਲਿਆਂ ਨੇ ਜੂਨ 'ਚ ਤੇ ਜੌਨ ਸਟਰੀਟ ਵਾਲਿਆਂ ਨੇ ਇਸ ਮਹੀਨੇ ਦੇ ਸ਼ੁਰੂ 'ਚ ਹੜਤਾਲ ਸ਼ੁਰੂ ਕੀਤੀ ਸੀ। ਜੌਨ ਸਟਰੀਟ ਉੱਤੇ ਰਹਿਣ ਵਾਲੇ ਐਂਥਨੀ ਐਲਾਓ ਨੇ ਦੱਸਿਆ ਕਿ ਉਹ ਆਪਣੀ ਪਤਨੀ ਤੇ 2 ਸਾਲਾ ਬੱਚੇ ਨਾਲ ਇੱਥੇ ਕਿਰਾਏ ਦੇ ਘਰ ਵਿੱਚ ਰਹਿ ਰਿਹਾ ਹੈ। 2019 'ਚ ਕਿਰਾਇਆਂ ਵਿੱਚ 25% ਵਾਧੇ ਦਾ ਸੇਕ ਉਹਨਾਂ ਨੂੰ ਮਹਿਸੂਸ ਹੋਇਆ। ਉਹਨਾਂ ਆਖਿਆ ਕਿ ਸਾਡੀ ਹਾਲਤ ਇਹ ਹੋਈ ਪਈ ਹੈ ਕਿ ਜੇ ਅਸੀਂ ਕਿਰਾਇਆ ਦਿੰਦੇ ਹਾਂ ਤਾਂ ਸਾਨੂੰ ਰੋਟੀ ਜੁੜਨੀ ਮੁਸ਼ਕਲ ਹੈ, ਤੇ ਜੇ ਰੋਟੀ ਦਾ ਆਹਰ ਕਰਦੇ ਹਾਂ ਤਾਂ ਕਿਰਾਇਆ ਨਹੀਂ ਨਿਕਲਦਾ। ਸਥਾਨਕ ਰੈਜ਼ੀਡੈਂਟਸ ਨੇ ਦੱਸਿਆ ਹੈ ਕਿ ਕਿਰਾਏ 'ਚ ਇਸ ਵਾਧੇ ਕਾਰਨ ਉਹ ਹੋਰ ਕੋਈ ਚੀਜ਼ ਨਹੀਂ ਖਰੀਦ ਪਾ ਰਹੇ। ਐਲਾਓ ਨੇ ਵੀ ਇਹ ਦੱਸਿਆ ਕਿ ਉਹਨਾਂ ਦੀ ਬਿਲਡਿੰਗ ਦੇ ਐਲੀਵੇਟਰ ਪਿਛਲੇ 3 ਸਾਲਾਂ ਤੋਂ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ। ਉਹਨਾਂ ਦੱਸਿਆ ਕਿ ਇਸ ਸਮੇਂ ਬਿਲਡਿੰਗ 'ਚ ਰਹਿ ਰਹੀਆਂ 2 ਔਰਤਾਂ ਨੂੰ ਡਿਲੀਵਰੀ ਦੀ ਡਿਊ ਡੇਟ ਨੇੜੇ ਹੋਣ ਕਾਰਨ ਹੇਠਲੀ ਮੰਜ਼ਲ ਤੇ ਸ਼ਿਫਟ ਕਰਨਾ ਪਿਆ। ਇੱਕ ਨੂੰ 27ਵੀਂ ਮੰਜ਼ਲ ਤੋਂ 4ਥੀ ਮੰਜ਼ਲ ਤੇ ਦੂਜੀ ਨੂੰ 17ਵੀਂ ਮੰਜ਼ਲ ਤੋਂ 4ਥੀ ਮੰਜ਼ਲ ਤੇ ਆਉਣਾ ਪਿਆ। ਕਿੰਗ ਸਟਰੀਟ ਦੇ ਬੇਵਰਲੀ ਹੈਨਰੀ ਨੇ ਦੱਸਿਆ ਕਿ ਬਿਲਡਿੰਗ ਦੀਆਂ ਬਾਲਕੋਨੀਆਂ ਰਿਪੇਅਰ ਕੀਤੀਆਂ ਜਾ ਰਹੀਆਂ ਨੇ ਤੇ ਪੂਲ ਬੰਦ, ਇਸ ਲਈ ਉਹਨਾਂ ਨੂੰ ਉਹ ਪੈਸੇ ਵੀ ਭਰਨੇ ਪੈ ਰਹੇ ਨੇ ਜਿਨ੍ਹਾਂ ਸਹੂਲਤਾਂ ਦਾ ਉਹ ਫਾਇਦਾ ਨਹੀਂ ਉਠਾ ਪਾ ਰਹੇ। ਦੂਜੇ ਪਾਸੇ ਮਕਾਨ ਮਾਲਕਾਂ ਦੇ ਦੋਵੇਂ ਹੱਥਾਂ 'ਚ ਲੱਡੂ ਨੇ। ਲੋਕਾਂ ਨੇ ਆਖਿਆ ਕਿ ਹੱਦੋਂ ਵੱਧ ਕਿਰਾਇਆਂ 'ਚ ਹੋ ਰਹੇ ਵਾਧੇ ਤੋਂ ਉਹ ਅੱਕੇ ਪਏ ਨੇ। ਉਹਨਾਂ ਕਿਹਾ ਕਿ AGI ਦੀਆਂ ਗਾਈਡਲਾਈਨਸ ਤੋਂ ਵੱਧ ਕਿਰਾਇਆ ਵਧਾਇਆ ਨਹੀਂ ਜਾ ਰਿਹਾ, ਜੋ ਸਹੀ ਨਹੀਂ ਹੈ। ਉੱਤਰ ਪੱਛਮੀ ਪ੍ਰਦੇਸ਼ 'ਚ ਜੰਗਲ ਦੀ ਅੱਗ ਨਾਲ ਲੜਦੇ ਸਮੇਂ ਇੱਕ ਫਾਇਰ ਫਾਈਟਰ ਦੀ ਮੌਤ ਹੋ ਗਈ।
ਬ੍ਰਿਟਿਸ਼ ਕੋਲੰਬੀਆ 'ਚ ਜੰਗਲ ਦੀ ਅੱਗ ਦਾ ਜਵਾਬ ਦਿੰਦੇ ਹੋਏ ਇੱਕ 19 ਸਾਲਾ ਵਿਅਕਤੀ ਦੀ ਮੌਤ ਦੇ 3 ਦਿਨ ਬਾਅਦ ਅਧਿਕਾਰੀਆਂ ਨੇ ਐਤਵਾਰ ਨੂੰ ਇੱਕ ਬੁਲੇਟਿਨ 'ਚ ਮੌਤ ਦੀ ਪੁਸ਼ਟੀ ਕੀਤੀ। ਉੱਤਰੀ ਪੱਛਮੀ ਪ੍ਰਦੇਸ਼ਾਂ ਨੇ ਐਤਵਾਰ ਨੂੰ ਬੁਲੇਟਿਨ 'ਚ ਲਿਖਿਆ, ਸਾਨੂੰ ਇਹ ਦੁਖਦਾਈ ਖਬਰ ਸਾਂਝੀ ਕਰਦੇ ਹੋਏ ਅਫਸੋਸ ਹੈ ਕਿ ਫੋਰਟ ਲੀਅਰਡ ਜ਼ਿਲ੍ਹੇ 'ਚ ਸ਼ਨੀਵਾਰ ਦੁਪਹਿਰ ਨੂੰ ਜੰਗਲ ਦੀ ਅੱਗ ਨਾਲ ਲੜਦੇ ਹੋਏ ਫੋਰਟ ਲੀਅਰਡ ਦੇ ਇੱਕ ਫਾਇਰ ਫਾਈਟਰ ਦੀ ਮੌਤ ਹੋ ਗਈ। ਸਰਕਾਰ ਨੇ ਫਾਇਰ ਫਾਈਟਰ ਦਾ ਨਾਮ ਨਹੀਂ ਦੱਸਿਆ, ਪਰ ਲਿਖਿਆ, ਸਾਡੇ ਵਿਚਾਰ ਉਸ ਦੇ ਪਰਿਵਾਰ, ਦੋਸਤਾਂ, ਸਹਿਯੋਗੀਆਂ ਤੇ ਭਾਈਚਾਰੇ ਦੇ ਨਾਲ ਹਨ। ਵਰਤਮਾਨ 'ਚ ਉੱਤਰੀ ਪੱਛਮੀ ਪ੍ਰਦੇਸ਼ਾਂ ਦੇ ਵਿੱਚ 99 ਸਰਗਰਮ ਅੱਗਾਂ ਬਲ ਰਹੀਆਂ ਨੇ। ਪਿਛਲੇ 24 ਘੰਟਿਆਂ 'ਚ ਇੱਕ ਨਵੀਂ ਅੱਗ ਸ਼ੁਰੂ ਹੋਈ ਹੈ। 8,09,000 ਹੈਕਟੇਅਰ ਤੋਂ ਵੱਧ ਜਾਂ ਫਿਰ 8,000 ਵਰਗ ਕਿਲੋਮੀਟਰ ਤੋਂ ਵੱਧ ਉਸ ਖੇਤਰ 'ਚ ਅੱਗ ਨਾਲ ਪ੍ਰਭਾਵਿਤ ਹੋਏ ਨੇ। ਬ੍ਰਿਟਿਸ਼ ਕੋਲੰਬੀਆ ਸਰਕਾਰ ਦਾ ਕਹਿਣਾ ਹੈ ਕਿ ਸੂਬੇ ਭਰ ਵਿੱਚ 380 ਦੇ ਕਰੀਬ ਜੰਗਲੀ ਅੱਗ ਨਾਲ ਲੜਨ ਲਈ ਓਟਾਵਾ ਦੀ ਮਦਦ ਮੰਗਣ ਤੋਂ ਬਾਅਦ ਫੌਜੀ ਸਹਾਇਤਾ ਤੈਨਾਤੀ ਲਈ ਪਹੁੰਚ ਰਹੀ ਹੈ। BC 'ਚ ਲਗਭਗ 380 ਜੰਗਲੀ ਅੱਗਾਂ ਦੇ ਨਾਲ ਕੈਨੇਡੀਅਨ ਇੰਟਰ ਏਜੰਸੀ ਫੋਰੈਸਟ ਫਾਇਰ ਸੈਂਟਰ ਦਾ ਕਹਿਣਾ ਹੈ ਕਿ ਸੂਬੇ 'ਚ ਕੈਨੇਡਾ 'ਚ ਕਿਤੇ ਵੱਧ ਅੱਗ ਲੱਗੀ ਹੋਈ ਹੈ। ਬ੍ਰਿਟਿਸ਼ ਕੋਲੰਬੀਆ ਸਰਕਾਰ ਦਾ ਕਹਿਣਾ ਹੈ ਕਿ ਸੂਬੇ 'ਚ 380 ਦੇ ਕਰੀਬ ਜੰਗਲੀ ਅੱਗ ਨਾਲ ਲੜਨ ਲਈ ਓਟਾਵਾ ਦੀ ਮਦਦ ਮੰਗਣ ਤੋਂ ਬਾਅਦ ਫੌਜੀ ਸਹਾਇਤਾ ਤੈਨਾਤੀ ਲਈ ਪਹੁੰਚ ਰਹੀ ਹੈ। BC ਦੇ ਐਮਰਜੈਂਸੀ ਪ੍ਰਬੰਧਨ ਮੰਤਰਾਲੇ ਦਾ ਕਹਿਣਾ ਹੈ ਕਿ ਐਤਵਾਰ ਨੂੰ 2 ਕੈਨੇਡੀਅਨ ਆਰਮਡ ਫੋਰਸਿਸ ਰਿਕਨਸੈਂਸ ਦੀਆਂ ਟੀਮਾਂ ਤੈਨਾਤ ਕੀਤੀਆਂ ਜਾ ਰਹੀਆਂ ਨੇ, ਜਿਸ ਵਿੱਚ ਪ੍ਰਿੰਸ ਜਾਰਜ ਦੀ ਅਗਵਾਈ ਵਾਲੀ ਲੈਂਡ ਫੋਰਸ ਟੀਮ ਅਤੇ ਕਾਮਲੂਪਸ ਲਈ ਜਾਣ ਵਾਲੀ ਇੱਕ 에ਅਰ ਫੋਰਸ ਟੀਮ ਸ਼ਾਮਲ ਹੈ। ਮੰਤਰਾਲੇ ਦੇ ਇੱਕ ਬਿਆਨ 'ਚ ਕਿਹਾ ਗਿਆ ਹੈ ਕਿ ਟੀਮਾਂ ਮੁਲਾਂਕਣ ਕਰ ਰਹੀਆਂ ਨੇ ਜੋ ਵਾਧੂ ਸੰਘੀ ਸਰੋਤਾਂ ਲਈ ਤੈਨਾਤੀ ਯੋਜਨਾਵਾਂ ਨੂੰ ਸੂਚਿਤ ਕਰਨਗੀਆਂ। ਇਸ ਵਿੱਚ ਕਿਹਾ ਗਿਆ ਹੈ ਕਿ ਪਬਲਿਕ ਸੇਫਟੀ ਕੈਨੇਡਾ ਦੇ ਮੈਂਬਰਾਂ ਦੇ ਨਾਲ ਇੱਕ ਕਾਰਜ ਸਮੂਹ, ਮਿਲਟਰੀ ਅਤੇ BC ਐਮਰਜੈਂਸੀ ਪ੍ਰਬੰਧਨ ਅਤੇ ਜੰਗਲੀ ਅੱਗ ਦੇ ਅਧਿਕਾਰੀ ਮਿਲਣਗੇ। BC 'ਚ ਲਗਭਗ 380 ਜੰਗਲੀ ਅੱਗਾਂ ਦੇ ਨਾਲ ਕੈਨੇਡੀਅਨ ਇੰਟਰ ਏਜੰਸੀ ਫੋਰੈਸਟ ਫਾਇਰ ਸੈਂਟਰ ਦਾ ਕਹਿਣਾ ਹੈ ਕਿ ਸੂਬੇ 'ਚ ਕੈਨੇਡਾ 'ਚ ਕਿਤੇ ਵੱਧ ਅੱਗ ਲੱਗੀ ਹੈ। ਸੰਭਾਵੀ ਤੌਰ ਤੇ ਨੁਕਸਾਨ ਪਹੁੰਚਾਉਣ ਵਾਲੀ ਜੰਗਲ ਦੀ ਅੱਗ ਦੀ ਸੰਖਿਆ ਸ਼ਨੀਵਾਰ ਨੂੰ 20 ਤੋਂ 23 ਹੋ ਗਈ ਅਤੇ ਐਤਵਾਰ ਨੂੰ 70 ਤੋਂ ਵੱਧ ਜੰਗਲੀ ਅੱਗ ਨਾਲ ਸੰਬੰਧਿਤ ਨਿਕਾਸੀ ਚੇਤਾਵਨੀਆਂ ਜਾਂ ਆਦੇਸ਼ ਸਨ। ਬਹੁਤ ਸਾਰੇ BC ਦੇ ਕਈ ਖੇਤਰਾਂ 'ਚ ਕਲਸਟਰ ਕੀਤੇ ਗਏ ਸਨ। ਪੰਜਾਬ ਦੇ ਫਾਜ਼ਿਲਕਾ ਦੇ ਜਲਾਲਾਬਾਦ ਦੇ ਰਹਿਣ ਵਾਲੇ 26 ਸਾਲਾ ਨੌਜਵਾਨ ਦੀ ਕੈਨੇਡਾ ਦੇ ਬਰੈਂਪਟਨ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਕੈਨੇਡਾ ਵਿੱਚ ਇੱਕ ਡਰਾਈਵਿੰਗ ਸਕੂਲ 'ਚ ਕੰਮ ਕਰਦਾ ਸੀ। ਕੰਮ ਤੋਂ ਵਾਪਸ ਆ ਕੇ ਸੌਂ ਗਿਆ ਸੀ, ਉਸ ਤੋਂ ਬਾਅਦ ਉੱਠਿਆ ਨਹੀਂ। ਫਿਲਹਾਲ ਕੈਨੇਡੀਅਨ ਪੁਲਿਸ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾ ਰਹੀ ਹੈ, ਜਿਸ ਤੋਂ ਬਾਅਦ ਇਸ ਨੂੰ ਭਾਰਤ ਲਿਆਂਦਾ ਜਾਵੇਗਾ। ਜਾਣਕਾਰੀ ਮੁਤਾਬਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੰਜੇ 3 ਸਾਲ ਪਹਿਲਾਂ ਕਾਨੂੰਨ ਦੀ ਪੜ੍ਹਾਈ ਪੂਰੀ ਕਰਕੇ ਕੈਨੇਡਾ ਚਲਾ ਗਿਆ ਸੀ। ਉਹ ਕੈਨੇਡਾ ਦੇ ਇੱਕ ਡਰਾਈਵਿੰਗ ਸਕੂਲ ਨੌਜਵਾਨਾਂ ਨੂੰ ਗੱਡੀ ਚਲਾਉਣੀ ਸਿਖਾਉਂਦਾ ਸੀ। ਬੀਤੀ ਰਾਤ ਉਹ ਕੰਮ ਤੋਂ ਵਾਪਸ ਆ ਕੇ ਆਪਣੇ ਅਪਾਰਟਮੈਂਟ 'ਚ ਸੁੱਤਾ ਪਿਆ ਸੀ। ਜਦੋਂ ਸਵੇਰੇ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਫੋਨ ਕੀਤਾ ਤਾਂ ਉਸ ਨੇ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਮਾਪਿਆਂ ਨੇ ਦੋਸਤਾਂ ਨੂੰ ਬੁਲਾਇਆ। ਦੋਸਤਾਂ ਨੇ ਜਾ ਕੇ ਦੇਖਿਆ ਤਾਂ ਉਹ ਮਰ ਚੁੱਕਾ ਸੀ। ਸੰਜੇ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਕੁਝ ਦਿਨ ਬਾਅਦ ਹੀ ਪਿਤਾ ਉਸ ਨੂੰ ਮਿਲਣ ਕੈਨੇਡਾ ਜਾ ਰਿਹਾ ਸੀ। ਪੁੱਤਰ ਵੱਲੋਂ ਪਿਤਾ ਦੇ ਕੈਨੇਡਾ ਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਪਰਿਵਾਰਕ ਮੈਂਬਰਾਂ ਦਾ ਰੋ ਕੇ ਬੁਰਾ ਹਾਲ ਹੈ। ਪਰਿਵਾਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਮ੍ਰਿਤਕ ਪੁੱਤਰ ਦੀ ਲਾਸ਼ ਨੂੰ ਜਲਦੀ ਤੋਂ ਜਲਦੀ ਪੰਜਾਬ ਲਿਆਂਦਾ ਜਾਵੇ। ਉਧਰ ਦੂਜੇ ਪਾਸੇ ਬਲਾਕ ਸੜੋਆ ਦੇ ਪਿੰਡ ਕਰੀਮਪੁਰ ਚਾਹਵਾਲਾ ਦੇ ਨੌਜਵਾਨ ਦੀ ਕੈਨੇਡਾ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਕਾਰ ਤੇ ਹਮਲਾ ਅਤੇ ਕੁੱਟਮਾਰ ਕਰਨ ਉਪਰੰਤ ਇਲਾਜ ਦੌਰਾਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਕਰੀਮਪੁਰ ਚਾਹਵਾਲਾ ਦੇ ਮੰਡ ਇਲਾਕੇ 'ਚ ਰਹਿਣ ਵਾਲੇ 24 ਸਾਲਾ ਨੌਜਵਾਨ ਗੁਰਵਿੰਦਰ ਨਾਥ ਉਰਫ ਗਨੀ 2021 'ਚ ਬਤੌਰ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਗਿਆ ਸੀ। ਗੁਰਵਿੰਦਰ ਪਿਛਲੇ ਦਿਨੀ ਆਪਣੇ ਕੰਮ ਤੇ ਜਾ ਰਿਹਾ ਸੀ ਤਾਂ ਰਸਤੇ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਤੇ ਹਮਲਾ ਕੀਤਾ ਗਿਆ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਉਹ ਹਸਪਤਾਲ 'ਚ ਜ਼ੇਰੇ ਇਲਾਜ ਸੀ, ਜਿੱਥੇ ਉਸ ਦੀ ਮੌਤ ਹੋ ਗਈ, ਜਿਸ ਦੀ ਮ੍ਰਿਤਕ ਦੇਹ ਨੂੰ ਪੰਜਾਬ ਉਹਨਾਂ ਦੇ ਪਿੰਡ ਲਿਆਉਣ ਲਈ ਤਿਆਰੀ ਕੀਤੀ ਜਾ ਰਹੀ ਹੈ। ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਐਤਵਾਰ ਦੁਪਹਿਰ ਸਕਾਰਬੋਰੋ 'ਚ ਹੋਈ ਗੋਲੀਬਾਰੀ 'ਚ 3 ਲੋਕ ਜ਼ਖਮੀ ਹੋ ਗਏ ਨੇ। ਡਿਊਟੀ ਇੰਸਪੈਕਟਰ ਮਹਿਰ ਅਬਦੇਲ ਮਲਿਕ ਨੇ ਦੱਸਿਆ ਕਿ ਦੁਪਹਿਰ ਕਰੀਬ 3 ਵਜੇ ਪੁਲਿਸ ਨੂੰ ਮਾਰਨਿੰਗਸਾਈਡ ਐਵਨਿਊ ਅਤੇ ਡੈਂਜਿਗ ਸਟਰੀਟ ਦੇ ਖੇਤਰ 'ਚ 2 ਲੋਕਾਂ ਨੂੰ ਇੱਕ ਦੂਜੇ ਤੇ ਗੋਲੀਬਾਰੀ ਕਰਨ ਬਾਰੇ ਕਈ ਕਾਲਾਂ ਪ੍ਰਾਪਤ ਹੋਈਆਂ। ਅਬਦੇਲ ਮਲਿਕ ਨੇ ਗੋਲੀਬਾਰੀ ਵਾਲੀ ਥਾਂ ਦੇ ਨੇੜੇ ਪੱਤਰਕਾਰਾਂ ਨੂੰ ਦੱਸਿਆ। ਪੁਲਿਸ ਮੌਕੇ ਤੇ ਪਹੁੰਚੀ ਤੇ 3 ਲੋਕ ਜ਼ਖਮੀ ਹੋਏ ਮਿਲੇ।
ਉਹਨਾਂ ਕਹਾ ਕਿ ਪੀੜਤਾਂ ਵਿੱਚੋਂ ਇੱਕ ਨੂੰ ਧੜ 'ਚ ਗੋਲੀ ਲੱਗੀ ਜਦਕਿ ਬਾਕੀ 2 ਨੂੰ ਲੱਤ ਵਿੱਚ ਗੋਲੀ ਲੱਗੀ ਹੈ। ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਇੱਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ, ਪਰ ਅਬਦੇਲ ਮਲਿਕ ਨੇ ਕਿਹਾ ਕਿ ਹੁਣ 2 ਲੋਕ ਹਿਰਾਸਤ 'ਚ ਨੇ। ਨਿਊ ਜਰਸੀ ਸੂਬੇ ਅਧੀਨ ਆਉਂਦੇ ਵਿੰਡਸਰ ਟਾਊਨ ਦੀ ਇੱਕ 16 ਸਾਲਾ ਭਾਰਤੀ ਮੂਲ ਦੀ ਗਰਲ ਸਕਾਊਟ ਰਿਧੀ ਸ਼ਰਮਾ ਨੂੰ ਹਾਰਡ ਟੂ ਅਚੀਵਮੈਂਟ ਰਾਸ਼ਟਰੀ ਪੁਰਸਕਾਰ ਮਿਲਿਆ ਹੈ। ਰਿਧੀ ਭਾਰਤ ਦੇ ਵਿੱਚ ਮੁੰਬਈ ਦੇ ਬਾਲ ਕਲਿਆਣ ਨਗਰੀ ਦੇ ਇੱਕ ਅਨਾਥ ਆਸ਼ਰਮ ਸਕੂਲ 'ਚ ਵਿਦਿਆਰਥੀਆਂ ਨੂੰ ਅੰਗਰੇਜ਼ੀ ਸਿਖਾ ਰਹੀ ਹੈ। ਸਾਊਥ ਨਿਊ ਜਰਸੀ ਦੀ ਭਾਰਤੀ ਮੂਲ ਦੀ ਇਹ ਗਰਲ ਸਕਾਊਟਸ ਪੱਛਮੀ ਵਿੰਡਸਰ ਟਾਊਨ ਦੀ ਰਹਿਣ ਵਾਲੀ 16 ਸਾਲਾ ਰਿਧੀ ਸ਼ਰਮਾ ਹੈ, ਜੋ ਮੁੰਬਈ ਭਾਰਤ ਦੇ ਬਾਲ ਕਲਿਆਣ ਨਗਰੀ ਅਨਾਥ ਆਸ਼ਰਮ ਸਕੂਲ ਦੇ ਵਿੱਚ ਰਹਿ ਰਹੀਆਂ ਕੁੜੀਆਂ ਨੂੰ ਗਰੀਬੀ ਦੇ ਚੱਕਰ ਤੋਂ ਬਚਾਉਣ ਲਈ ਇਹ ਰਸਤਾ ਲੱਭਣਾ ਚਾਹੁੰਦੀ ਸੀ। ਇੱਕ ਅਧਿਆਪਕ ਦੀ ਭੂਮਿਕਾ 'ਚ ਕਦਮ ਰੱਖਦੇ ਹੋਏ ਰਿਧੀ ਨੇ ਕੁੜੀਆਂ ਨੂੰ ਉਹਨਾਂ ਦੇ ਅੰਗਰੇਜ਼ੀ ਭਾਸ਼ਾ ਦੇ ਹੁਨਰ ਨੂੰ ਸੁਧਾਰਨ 'ਚ ਮਦਦ ਕਰਨ ਲਈ ਅੰਗਰੇਜ਼ੀ ਸਾਖਰਤਾ ਪ੍ਰੋਗਰਾਮ ਬਣਾਇਆ ਤੇ ਅਨਾਥ ਆਸ਼ਰਮ 'ਚ ਬੱਚਿਆਂ ਨੂੰ ਪੜ੍ਹਾਉਣ 'ਚ ਉਹ ਸਮਾਂ ਬਿਤਾਉਂਦੀ ਹੈ। ਰਿਧੀ ਦਾ ਕਹਿਣਾ ਹੈ ਕਿ ਮੈਂ ਪ੍ਰੋਗਰਾਮ ਇਸ ਲਈ ਬਣਾਇਆ ਕਿਉਂਕਿ ਮੈਨੂੰ ਭਾਸ਼ਾ ਕਲਾਵਾਂ ਦਾ ਸ਼ੌਕ ਹੈ। ਮੈਂ ਪੜ੍ਹਨਾ ਤੇ ਲਿਖਣਾ ਪਸੰਦ ਕਰਦੀ ਹਾਂ ਤੇ ਵਿਸ਼ਵਾਸ ਕਰਦੀ ਹਾਂ ਕਿ ਸ਼ਬਦ ਬਹੁਤ ਹੀ ਸ਼ਕਤੀਸ਼ਾਲੀ ਸਾਧਨ ਹੁੰਦੇ ਨੇ। ਸਿੱਖਿਆ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਲੋਕਾਂ ਲਈ ਉੱਚ ਤਨਖਾਹ ਵਾਲੀਆਂ ਨੌਕਰੀਆਂ 'ਚ ਕੰਮ ਕਰਨ ਦਾ ਮੌਕਾ ਪੈਦਾ ਕਰਦੀ ਹੈ। ਰਿਧੀ ਦੱਖਣੀ ਨਿਊ ਜਰਸੀ ਟਰੂਪ 70054 ਦੀ ਗਰਲਜ਼ ਸਕਾਊਟਸ ਦੀ ਮੈਂਬਰ ਅਤੇ ਸੰਸਥਾ ਦਾ ਰਾਸ਼ਟਰੀ ਗੋਲਡ ਅਵਾਰਡ ਪ੍ਰਾਪਤ ਯੋਗ ਗਰਲ ਸਕਾਊਟਸ ਵਿੱਚੋਂ ਇੱਕ ਹੈ, ਜਿਸ ਨੂੰ ਅੰਗਰੇਜ਼ੀ ਭਾਸ਼ਾ ਦੇ ਪ੍ਰੋਗਰਾਮ ਨੂੰ ਬਣਾਉਣ ਲਈ ਉਸ ਦੇ ਯਤਨਾਂ ਲਈ ਪ੍ਰਾਪਤ ਹੋਇਆ ਹੈ। ਰਿਧੀ ਨੇ ਕਿਹਾ ਕਿ ਅੰਗਰੇਜ਼ੀ ਭਾਰਤ ਦੀ ਦੂਜੀ ਸਰਕਾਰੀ ਭਾਸ਼ਾ ਹੈ ਅਤੇ ਸਿੱਖਣਾ ਮਹੱਤਵਪੂਰਨ ਹੈ ਕਿਉਂਕਿ ਇਹ ਅਧਿਕਾਰਤ ਦਸਤਾਵੇਜ਼ਾਂ ਤੇ ਵਰਤੀ ਜਾਂਦੀ ਹੈ। ਭਾਰਤ 'ਚ ਉੱਚ ਤਨਖਾਹ ਵਾਲੀਆਂ ਨੌਕਰੀਆਂ ਪ੍ਰਾਪਤ ਕਰਨ ਲਈ ਅੰਗਰੇਜ਼ੀ 'ਚ ਰਵਾਨਗੀ ਹੋਣਾ ਜ਼ਰੂਰੀ ਹੈ ਤੇ ਵੱਡੀ ਕਿਸਮ ਦੇ ਲੋਕਾਂ ਨਾਲ ਜੁੜਨ ਲਈ ਅੰਗਰੇਜ਼ੀ ਬਹੁਤ ਜ਼ਰੂਰੀ ਹੈ ਕਿਉਂਕਿ ਭਾਰਤ 'ਚ 100 ਤੋਂ ਵੱਧ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ, ਜਿਨ੍ਹਾਂ ਵਿੱਚ ਮੁੰਬਈ ਵਰਗੇ ਸ਼ਹਿਰ 'ਚ ਭਾਰਤ ਦੇ ਸਾਰੇ ਲੋਕ ਰਹਿੰਦੇ ਨੇ ਜੋ ਕਈ ਤਰ੍ਹਾਂ ਦੀਆਂ ਭਾਸ਼ਾਵਾਂ ਬੋਲਦੇ ਨੇ ਤੇ ਅੰਗਰੇਜ਼ੀ ਅਕਸਰ ਇੱਕੋ ਇੱਕ ਆਮ ਭਾਸ਼ਾ ਹੁੰਦੀ ਹੈ। ਰਿਧੀ ਨੇ ਕਿਹਾ ਕਿ ਉਹ ਹਫ਼ਤੇ ਦੇ 5 ਦਿਨ ਹਰ ਰੋਜ਼ 3 ਘੰਟੇ ਤੱਕ ਪ੍ਰੋਗਰਾਮ ਤੇ ਕੰਮ ਕਰਦੀ ਹੈ, ਜਿਸ ਵਿੱਚ ਬੱਚਿਆਂ ਨੂੰ ਅੰਗਰੇਜ਼ੀ ਸਿਖਾਉਣਾ ਸ਼ਾਮਿਲ ਹੈ। ਅਮਰੀਕਾ 'ਚ ਫਲਾਈਟ ਨਾਲ ਸੰਬੰਧਿਤ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਹਾਲ ਹੀ 'ਚ ਇੱਥੇ ਅਸਮਾਨ 'ਚ ਉੱਡ ਰਹੇ ਜਹਾਜ਼ ਦਾ ਪਾਇਲਟ ਅਚਾਨਕ ਬਿਮਾਰ ਹੋ ਗਿਆ। ਦ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਸ਼ਨੀਵਾਰ ਨੂੰ ਛੋਟੇ ਜਹਾਜ਼ ਦੇ ਪਾਇਲਟ ਦੀ ਸਿਹਤ ਅਚਾਨਕ ਖਰਾਬ ਹੋ ਗਈ। ਇਸ ਤੋਂ ਬਾਅਦ ਜਹਾਜ਼ 'ਚ ਸਵਾਰ ਇੱਕ ਯਾਤਰੀ ਨੇ ਫਲਾਈਟ ਨੂੰ ਉਡਾਇਆ। ਹਾਲਾਂਕਿ ਇਹ ਜਹਾਜ਼ ਅਮਰੀਕਾ ਦੇ ਮੈਸਾਚੂਸੇਟਸ ਦੇ ਇੱਕ ਟਾਪੂ ਤੇ ਕ੍ਰੈਸ਼ ਹੋ ਗਿਆ। ਇਹ ਘਟਨਾ ਵੈਸਟ ਟਿਸਬਰੀ 'ਚ ਮਾਰਥਾ ਦੇ ਵਿਨਾਰਡ 에ਅਰਪੋਰਟ ਨੇੜੇ ਸ਼ਨੀਵਾਰ ਦੁਪਹਿਰ ਨੂੰ ਵਾਪਰੀ। ਮੈਸਾਚੂਸੇਟਸ ਸਟੇਟ ਪੁਲਿਸ ਨੇ ਦੱਸਿਆ ਕਿ ਜਹਾਜ਼ ਦੀ ਲੈਂਡਿੰਗ ਦੌਰਾਨ 79 ਸਾਲਾ ਪੁਰਸ਼ ਪਾਇਲਟ ਦੀ ਹਾਲਤ ਵਿਗੜ ਗਈ। ਦ ਪੋਸਟ ਨੇ ਸੂਬਾਈ ਪੁਲਿਸ ਦੇ ਹਵਾਲੇ ਨਾਲ ਕਿਹਾ ਹੈ, ਹਾਦਸੇ ਦੌਰਾਨ ਜਹਾਜ਼ ਨੇ ਰਨਵੇ ਤੋਂ ਬਾਹਰ ਮੁਸ਼ਕਲ ਨਾਲ ਲੈਂਡਿੰਗ ਕੀਤੀ, ਜਿਸ ਕਾਰਨ ਜਹਾਜ਼ ਦਾ ਖੱਬਾ ਵਿੰਗ ਅੱਧਾ ਟੁੱਟ ਗਿਆ। ਹਾਲਾਂਕਿ ਅਧਿਕਾਰੀਆਂ ਨੇ ਜਹਾਜ਼ 'ਚ ਸਵਾਰ ਕਿਸੇ ਵੀ ਵਿਅਕਤੀ ਦਾ ਨਾਮ ਨਹੀਂ ਦੱਸਿਆ ਤੇ ਕਿਹਾ ਕਿ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਸ ਤੋਂ ਬਾਅਦ ਪਾਇਲਟ ਨੂੰ ਤੁਰੰਤ ਬੋਸਟਨ ਹਸਪਤਾਲ ਲਿਜਾਇਆ ਗਿਆ। ਪੁਲਿਸ ਦੇ ਹਵਾਲੇ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਮਹਿਲਾ ਯਾਤਰੀ ਨੂੰ ਕੋਈ ਸੱਟ ਨਹੀਂ ਲੱਗੀ ਤੇ ਉਸ ਨੂੰ ਸਥਾਨਕ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਸਾਲ 2006 ਦਾ ਪਾਈਪਰ ਮੈਰੀਡੀਅਨ 에ਅਰਪਲੇਨ ਸ਼ਨੀਵਾਰ ਦੁਪਹਿਰ ਨਿਊਯਾਰਕ ਦੇ ਵੈਸਟਚੈਸਟਰ ਕਾਉਂਟੀ ਤੋਂ ਰਵਾਨਾ ਹੋਇਆ ਸੀ। ਪੁਲਿਸ ਨੇ ਦੱਸਿਆ ਕਿ ਪਾਇਲਟ ਅਤੇ ਯਾਤਰੀ ਦੋਵੇਂ ਕਨੈਕਟੀਕਟ ਦੇ ਨਿਵਾਸੀ ਨੇ। ਸੂਬਾਈ ਪੁਲਿਸ, ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਅਤੇ ਸੰਘੀ ਹਵਾਈਬਾਜ਼ੀ ਪ੍ਰਸ਼ਾਸਨ ਹਾਦਸੇ ਦੀ ਜਾਂਚ ਕਰ ਰਹੇ ਨੇ। FAA ਦੇ ਬੁਲਾਰੇ ਨੇ ਕਿਹਾ ਕਿ NTSB ਜਾਂਚ ਦਾ ਇੰਚਾਰਜ ਹੈ। ਪੋਸਟ ਨੇ ਸੂਬਾਈ ਪੁਲਿਸ ਦੇ ਹਵਾਲੇ ਨਾਲ ਕਿਹਾ ਹੈ ਕਿ ਜਹਾਜ਼ ਨੂੰ ਹਟਾ ਕੇ ਹਵਾਈ ਅੱਡੇ ਦੇ ਇੱਕ ਸੁਰੱਖਿਅਤ ਸਥਾਨ ਤੇ ਲਿਜਾਇਆ ਗਿਆ ਤੇ ਹਾਦਸੇ ਵਾਲੀ ਥਾਂ ਨੂੰ ਸਾਫ਼ ਕਰ ਦਿੱਤਾ ਗਿਆ ਹੈ। ਲਗਭਗ 24 ਸਾਲ ਪਹਿਲਾਂ ਅਜਿਹਾ ਹੀ ਇੱਕ ਹਾਦਸਾ ਵਾਪਰਿਆ ਸੀ ਜਦੋਂ ਇੱਕ ਪਾਈਪਰ ਦੁਰਘਟਨਾ 'ਚ ਮਾਰਥਾ ਦੇ ਵਾਈਨਯਾਰਡ ਨੇੜੇ ਜੌਨ F ਕੈਨੇਡੀ ਜੂਨੀਅਰ, ਉਸ ਦੀ ਪਤਨੀ ਕੈਰੋਲਿਨ ਬੈਸਟ ਅਤੇ ਉਸ ਦੀ ਭੈਣ ਲੋਰੇਨ ਬੈਸਟ ਦੀ ਮੌਤ ਹੋ ਗਈ ਸੀ। ਅਮਰੀਕਾ ਵਿੱਚ ਭਾਰਤੀਆਂ ਵਿਰੁੱਧ ਹਿੰਸਾ ਦੇ ਮਾਮਲੇ ਵਧਣ ਤੋਂ ਬਾਅਦ 2 ਸਾਲਾਂ 'ਚ 80,000 ਭਾਰਤੀਆਂ ਨੇ ਨਵੇਂ ਬੰਦੂਕ ਲਾਇਸੈਂਸ ਲਏ ਨੇ। ਅਮਰੀਕਾ 'ਚ ਰਹਿੰਦੇ ਕਰੀਬ 40 ਲੱਖ ਭਾਰਤੀਆਂ 'ਚ ਪਹਿਲਾਂ ਬੰਦੂਕ ਰੱਖਣ ਦਾ ਰੁਝਾਨ ਨਹੀਂ ਸੀ। 2 ਸਾਲ ਪਹਿਲਾਂ ਸਿਰਫ 40,000 ਭਾਰਤੀਆਂ ਕੋਲ ਬੰਦੂਕਾਂ ਸਨ।
ਅਮਰੀਕਾ ਦੇ ਨੈਸ਼ਨਲ ਫਾਇਰ ਆਰਮਜ਼ ਸਰਵੇ ਦੀ ਰਿਪੋਰਟ ਮੁਤਾਬਕ ਹੁਣ ਬੰਦੂਕ ਲਾਇਸੈਂਸ ਵਾਲੇ ਭਾਰਤੀਆਂ ਦੀ ਗਿਣਤੀ 1,20,000 ਹੋ ਗਈ ਹੈ। ਸਰਵੇਖਣ ਮੁਤਾਬਕ 80,000 ਭਾਰਤੀਆਂ ਨੇ ਬੰਦੂਕ ਲਾਇਸੈਂਸ ਲਈ ਅਪਲਾਈ ਕਰਨ ਦਾ ਮਨ ਬਣਾ ਲਿਆ ਹੈ। ਅਮਰੀਕਾ 'ਚ ਭਾਰਤੀ ਭਾਈਚਾਰਾ ਸਭ ਤੋਂ ਸ਼ਾਂਤਮਈ ਮੰਨਿਆ ਜਾਂਦਾ ਹੈ। ਇੱਥੇ ਹਰ 100 ਅਮਰੀਕੀਆਂ ਤੇ 120 ਬੰਦੂਕਾਂ ਨੇ। ਅਮਰੀਕੀ ਜਾਂਚ ਏਜੰਸੀ FBI ਦੀ ਇੱਕ ਰਿਪੋਰਟ ਦੇ ਮੁਤਾਬਕ ਦੇਸ਼ 'ਚ 2020 'ਚ ਭਾਰਤੀ ਅਮਰੀਕੀਆਂ ਤੇ ਹਮਲਿਆਂ 'ਚ 500% ਦਾ ਵਾਧਾ ਹੋਇਆ। ਇਹਨਾਂ 'ਚੋਂ ਜ਼ਿਆਦਾਤਰ ਹਿੰਦੂ ਧਰਮ ਦੇ ਪੈਰੋਕਾਰ ਨੇ। ਦੂਜੇ ਪਾਸੇ ਉੱਤਰੀ ਅਮਰੀਕਾ 'ਚ ਹਿੰਦੂਆਂ ਦੀ ਇੱਕ ਸੰਸਥਾ ਕੋਹਨਾ ਦੇ ਨਿਕੁੰਜ ਤ੍ਰਿਵੇਦੀ ਦਾ ਕਹਿਣਾ ਹੈ ਕਿ ਹਿੰਦੂ ਜਿਸ ਵੀ ਦੇਸ਼ 'ਚ ਜਾ ਕੇ ਵਸਦੇ ਨੇ ਉਸ ਦੇਸ਼ ਦੇ ਵਿਕਾਸ 'ਚ ਯੋਗਦਾਨ ਪਾਉਂਦੇ ਨੇ। ਪਿਛਲੇ 5 ਸਾਲਾਂ ਦੌਰਾਨ ਹੋਏ ਹਮਲਿਆਂ ਦੀਆਂ ਘਟਨਾਵਾਂ ਵਧੀਆਂ ਨੇ। ਫਿੰਕਲਸਟਾਈਨ ਮੁਤਾਬਕ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਵਰਗੇ ਵੱਡੇ ਦੇਸ਼ਾਂ ਦੇ ਵਿੱਚ ਇਹਨਾਂ ਖਿਲਾਫ ਹਿੰਸਾ ਵਧੀ ਹੈ। ਇੱਕ ਸਾਜ਼ਿਸ਼ ਦੇ ਤਹਿਤ ਹਿੰਦੂ ਫੋਬੀਆ ਵਧਾਇਆ ਜਾ ਰਿਹਾ ਹੈ। ਏਸ਼ੀਅਨ ਅਮਰੀਕਨ ਸਟੋਰ ਓਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਵਿਪੁਲ ਪਟੇਲ ਦਾ ਕਹਿਣਾ ਹੈ ਕਿ ਪਿਛਲੇ 2 ਸਾਲਾਂ 'ਚ ਭਾਰਤੀਆਂ ਤੇ ਨਸਲੀ ਹਮਲਿਆਂ ਦੇ ਮਾਮਲੇ 279 ਤੋਂ ਵੱਧ ਕੇ 470 ਹੋ ਗਏ ਨੇ। ਪਟੇਲ ਦੱਸਦੇ ਨੇ ਕਿ ਅਮਰੀਕਾ 'ਚ ਸਟੋਰ ਚਲਾਉਣ ਵਾਲੇ ਭਾਰਤੀਆਂ ਨੂੰ ਅਕਸਰ ਆਸਾਨ ਸ਼ਿਕਾਰ ਸਮਝ ਕੇ ਹਮਲਾ ਕੀਤਾ ਜਾਂਦਾ ਹੈ, ਕਿਉਂਕਿ ਲੁਟੇਰੇ ਇਹ ਮੰਨ ਕੇ ਅਪਰਾਧ ਕਰਦੇ ਨੇ ਕਿ ਉੱਥੇ ਕਿਸੇ ਕੋਲ ਹਥਿਆਰ ਨਹੀਂ ਹੋਣਗੇ। 6 ਮਹੀਨਿਆਂ 'ਚ ਭਾਰਤੀ ਮੂਲ ਦੇ 12 ਲੋਕਾਂ ਤੇ ਹਮਲੇ ਹੋਏ ਨੇ। ਕੈਲੀਫੋਰਨੀਆ ਤੇ ਜਾਰਜੀਆ 'ਚ ਸਟੋਰਾਂ 'ਚ ਪਾਰਟ ਟਾਈਮ ਨੌਕਰੀ ਕਰ ਰਹੇ 2 ਭਾਰਤੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪਿਛਲੇ ਮਹੀਨੇ ਓਹੀਓ 'ਚ ਇੱਕ ਭਾਰਤੀ ਵਿਦਿਆਰਥੀ ਦਾ ਕਤਲ ਹੋਇਆ ਸੀ। ਇਹਨਾਂ ਘਟਨਾਵਾਂ ਨੇ ਭਾਰਤੀਆਂ 'ਚ ਦਹਿਸ਼ਤ ਵਧਾ ਦਿੱਤੀ। ਅਮਰੀਕਾ 'ਚ ਬੰਦੂਕ ਸੱਭਿਆਚਾਰ ਦਾ ਇਤਿਹਾਸ ਲਗਭਗ 230 ਸਾਲ ਪੁਰਾਣਾ ਹੈ। 1791 'ਚ ਸੰਵਿਧਾਨ ਦੀ ਦੂਜੀ ਸੋਧ ਦੇ ਤਹਿਤ ਅਮਰੀਕੀ ਨਾਗਰਿਕਾਂ ਨੂੰ ਹਥਿਆਰ ਰੱਖਣ ਅਤੇ ਖਰੀਦਣ ਦਾ ਅਧਿਕਾਰ ਦਿੱਤਾ ਗਿਆ। ਉਦੋਂ ਅੰਗਰੇਜ਼ਾਂ ਦਾ ਰਾਜ ਸੀ ਤੇ ਕੋਈ ਸਥਾਈ ਸੁਰੱਖਿਆ ਬਲ ਨਹੀਂ ਸੀ। ਅਜਿਹੀ ਸਥਿਤੀ 'ਚ ਲੋਕਾਂ ਨੂੰ ਆਪਣੇ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਹਥਿਆਰ ਰੱਖਣ ਦਾ ਅਧਿਕਾਰ ਦਿੱਤਾ ਗਿਆ ਸੀ। ਪਰ ਅਮਰੀਕਾ ਦਾ ਇਹ ਕਾਨੂੰਨ ਅੱਜ ਵੀ ਜਾਰੀ ਹੈ। ਅਮਰੀਕਾ 230 ਸਾਲਾਂ ਬਾਅਦ ਵੀ ਆਪਣਾ ਗਨ ਕਲਚਰ ਖਤਮ ਨਹੀਂ ਕਰ ਸਕਿਆ। ਇਸ ਦੇ 2 ਮੁੱਖ ਕਾਰਨ ਨੇ। ਪਹਿਲਾ, ਕਈ ਅਮਰੀਕੀ ਰਾਸ਼ਟਰਪਤੀ ਤੋਂ ਲੈ ਕੇ ਰਾਜਾਂ ਦੇ ਰਾਜਪਾਲਾਂ ਤੱਕ ਇਸ ਸੱਭਿਆਚਾਰ ਨੂੰ ਕਾਇਮ ਰੱਖਣ ਦੀ ਵਕਾਲਤ ਕਰਦੇ ਰਹੇ ਨੇ। ਦੂਜਾ ਕਾਰਨ ਬੰਦੂਕ ਬਣਾਉਣ ਵਾਲੀਆਂ ਕੰਪਨੀਆਂ ਯਾਨੀ ਕਿ ਬੰਦੂਕ ਲੌਬੀ ਹੈ। ਨੈਸ਼ਨਲ ਰਾਈਫਲ ਐਸੋਸੀਏਸ਼ਨ ਯਾਨੀ ਕਿ NRA ਅਮਰੀਕਾ ਦੀ ਸਭ ਤੋਂ ਤਾਕਤਵਰ ਬੰਦੂਕ ਲੌਬੀ ਹੈ, ਜੋ ਉੱਥੋਂ ਦੇ ਸੰਸਦ ਮੈਂਬਰਾਂ ਨੂੰ ਪ੍ਰਭਾਵਿਤ ਕਰਨ ਲਈ ਬਹੁਤ ਸਾਰੇ ਪੈਸੇ ਖਰਚ ਕਰਦੀ ਹੈ। ਇਹ ਤਾਕਤਵਰ ਲੌਬੀ ਬੰਦੂਕ ਕਲਚਰ ਨੂੰ ਖਤਮ ਕਰਨ ਲਈ ਪ੍ਰਸਤਾਵਿਤ ਦੂਜੀ ਸੰਵਿਧਾਨਕ ਸੋਧ ਦਾ ਵਿਰੋਧ ਕਰਦੀ ਰਹੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ TV ਪੰਜਾਬ। ਜਗਮੀਤ ਸਿੰਘ ਨੇ ਫੇਰ ਲਿਆ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਆਪਣੇ ਨਿਸ਼ਾਨੇ ਤੇ। ਤੇਲ ਕਾਰਪੋਰੇਸ਼ਨਾਂ ਨੂੰ ਅਰਬਾਂ ਦੀ ਤੇਲ ਅਤੇ ਗੈਸ ਤੇ ਸਬਸਿਡੀ ਦੇਣ ਦੀ ਕੀਤੀ ਆਲੋਚਨਾ। 2 ਪੰਜਾਬੀ ਨੌਜਵਾਨਾਂ ਦੀ ਕੈਨੇਡਾ 'ਚ ਮੌਤ। ਬਰੈਂਪਟਨ 'ਚ ਦਿਲ ਦਾ ਦੌਰਾ ਪੈਣ ਨਾਲ 26 ਸਾਲਾ ਨੌਜਵਾਨ ਦੀ ਗਈ ਜਾਨ, ਜਦਕਿ ਇੱਕ ਹਮਲੇ ਕਾਰਨ ਜ਼ਖਮਾਂ ਦੀ ਤਾਪ ਝੱਲਦਿਆਂ ਮਾਰਿਆ ਗਿਆ। BC ਵਿੱਚ 360 ਦੇ ਕਰੀਬ ਜੰਗਲੀ ਅੱਗ ਨਾਲ ਲੜਨ ਲਈ ਫੌਜੀ ਸਹਾਇਤਾ ਤੈਨਾਤੀ ਲਈ ਪਹੁੰਚੀ। ਜੰਗਲ ਦੀ ਅੱਗ ਨਾਲ ਲੜਦੇ ਇੱਕ ਫਾਇਰ ਫਾਈਟਰ ਦੀ ਹੋਈ ਮੌਤ। ਮਹਿੰਗਾਈ ਨੇ ਝੰਬੇ ਲੋਕ। ਮਕਾਨ ਮਾਲਕਾਂ ਨੂੰ ਕਿਰਾਏ ਨਾ ਵਧਾਉਣ ਲਈ ਮੰਗ ਕਰਦਿਆਂ ਕੀਤੀ ਰੈਲੀ। ਵੈਨਕੂਵਰ ਬਰਨਬੀ ਕੈਨੇਡਾ ਦੇ ਸਭ ਤੋਂ ਮਹਿੰਗੇ ਕਿਰਾਏ ਦੇ ਬਾਜ਼ਾਰਾਂ 'ਚ ਚੋਟੀ ਤੇ ਪਹੁੰਚੇ।